ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ। ਜਿਹੜੇ ਸ਼ਹਿਰ ਕਲਾ ਦੇ ਕੇਂਦਰ ਹਨ, ਉਹੀ ਸ਼ਹਿਰ ਅਸਫਲ ਕਲਾਕਾਰਾਂ ਦੇ ਕਬਰਸਤਾਨ ਵੀ ਹਨ। ਕਿਸੇ ਵੱਲੋਂ ਮੂਰਖ ਕਹੇ ਜਾਣ ਤੇ ਅਸੀਂ ਮਹੀਨੇ ਬਦੀ ਝੁਰਦੇ ਰਹਿੰਦੇ ਹਾਂ। ਮੂਰਖਤਾ ਮੂਰਖ ਕਹੇ ਜਾਣ ਵਿੱਚ ਨਹੀਂ, ਝੁਰਦੇ ਰਹਿਣ ਵਿੱਚ ਹੁੰਦੀ ਹੈ। ਚਾਪਲੂਸ ਮਾਲਕ ਨੂੰ ਖਾਲੀ ਚਮਚੇ ਨਾਲ ਖੀਰ ਖਵਾਉਂਦੇ ਹਨ। ਜੇ ਇਸਤਰੀ ਪੁਰਸ਼ ਦੀ ਪ੍ਰਸ਼ੰਸਾ ਕਰੇ ਤਾਂ ਪੁਰਸ਼ ਕਦੀ ਨਹੀਂ ਕਹਿੰਦਾ ਕਿ ਇਹ ਬੋਲਦੀ ਬਹੁਤ ਹੈ। ਇਸਤਰੀਆਂ ਭੇਤ ਨਹੀਂ ਦਿੰਦੀਆਂ, ਭੇਤਾਂ ਦਾ ਵਟਾਂਦਰਾ ਕਰਦੀਆਂ ਹਨ। ਇੱਕ ਅਤੇ ਇੱਕ 11 ਤਾਂ ਹੀ ਹੁੰਦੇ ਹਨ ਜੇ ਉਹ ਬਰਾਬਰ ਹੋਣ, ਨਹੀਂ ਤਾਂ ਦੋਵੇਂ ਇੱਕ ਇੱਕ ਹੀ ਵਿਖਾਈ ਦੇਣਗੇ। ਝੂਠ ਬੋਲਣਾ ਸੌਖਾ ਹੁੰਦਾ ਹੈ, ਪਰ ਕੇਵਲ ਇੱਕ ਝੂਠ ਬੋਲਣਾ ਔਖਾ ਹੁੰਦਾ ਹੈ। ਨਤੀਜੇ ਭੁਗਤਣ ਤੋਂ ਬਿਨਾਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਗਲਤੀ ਕੀਤੀ ਹੈ। ਅੰਦਾਜ਼ੇ ਕਦੀ ਵੀ ਅਸਲੀਅਤ ਨਹੀਂ ਹੁੰਦੇ ਅਤੇ ਅਸਲੀਅਤ ਦਾ ਕਦੀ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਹਿਣਸ਼ੀਲਤਾ ਤੋਂ ਬਿਨਾਂ ਯਾਤਰਾ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਜਵਾਨੀ ਵਿੱਚ ਸ਼ਰਾਬ ਪੀਣੀ ਅੱਗ ਨੂੰ ਅੱਗ ਲਾਉਣ ਵਾਲੀ ਗੱਲ ਹੁੰਦੀ ਹੈ। ਚੰਗੀਆਂ ਆਦਤਾਂ ਨਾਲ ਧਨ, ਸਮੇਂ ਅਤੇ ਸ਼ਕਤੀ ਦੀ ਬਚਤ ਹੁੰਦੀ ਰਹਿੰਦੀ ਹੈ। ਇਸਤਰੀ ਜਿਸ ਨੂੰ ਪਿਆਰ ਕਰਦੀ ਹੈ, ਉਸ ਨੂੰ ਮਰਦ ਬਣਾ ਦਿੰਦੀ ਹੈ। ਚਤੁਰਾਈ ਰਾਜਨੀਤੀ ਦਾ ਗੁਣ ਹੈ, ਪਰ ਧਰਮ ਦਾ ਔਗੁਣ ਹੈ। ਸੰਕਟ ਦੌਰਾਨ ਮਨੋਰੰਜਨ ਖਾਮੋਸ਼ ਹੋ ਜਾਂਦਾ ਹੈ। ਪਿੰਡ ਵਿੱਚ ਨਿਰਪੱਖ ਹੋ ਕੇ ਨਹੀਂ ਰਿਹਾ ਜਾ ਸਕਦਾ। ਧਨ ਉਹੀ ਵੱਧਦਾ ਹੈ ਜਿਹੜਾ ਥੋੜ੍ਹਾ ਥੋੜ੍ਹਾ ਕਰਕੇ ਜੋੜਿਆ ਜਾਵੇ। ਪ੍ਰਸ਼ੰਸਾ ਦੇ ਭੁੱਖੇ ਬੰਦੇ ਆਪਣੀ ਭੁੱਖ ਸੰਬੰਧੀ ਕੋਈ ਸੰਸਾ ਨਹੀਂ ਰਹਿਣ ਦਿੰਦੇ। ਪੁਸਤਕਾਂ ਪਾਠਕਾਂ ਲਈ ਸੋਚਣ ਦਾ ਕਾਰਜ ਕਰਦੀਆਂ ਹਨ। ਮਾਪਿਆਂ ਦਾ ਕਰਤੱਵ ਹੈ ਕਿ ਉਹ ਆਪਣੀ ਸੰਤਾਨ ਨੂੰ ਜ਼ਿੰਦਗੀ ਦੀ ਮੂਹਰਲੀ ਕਤਾਰ ਵਿੱਚ ਬੈਠਣ ਯੋਗ ਬਣਾਉਣ। ਬਦਲਾ ਲੈਣ ਵਾਲਾ ਆਪਣੇ ਦੁਸ਼ਮਣ ਤੋਂ ਵੀ ਨੀਵਾਂ ਹੋ ਜਾਂਦਾ ਹੈ। ਫੈਸਲਾ ਛੇਤੀ ਕਰੋ, ਪਰ ਆਰਾਮ ਨਾਲ ਸੋਚ ਵਿਚਾਰ ਕੇ ਕਰੋ। ਮਿੱਤਰਤਾ ਅਤੇ ਦੁਸ਼ਮਣੀ ਬਰਾਬਰ ਧਿਰਾਂ ਵਿੱਚ ਹੀ ਨਿਭਦੀ ਹੈ। ਫੈਸਲਾ ਛੇਤੀ ਕਰੋ, ਪਰ ਆਰਾਮ ਨਾਲ ਸੋਚ ਵਿਚਾਰ ਕੇ ਕਰੋ। ਮਿੱਤਰਤਾ ਅਤੇ ਦੁਸ਼ਮਣੀ ਬਰਾਬਰ ਧਿਰਾਂ ਵਿੱਚ ਹੀ ਨਿਭਦੀ ਹੈ। ਬਹੁਤੇ ਲੋਕ ਸਜ਼ਾ ਤੋਂ ਡਰਦਿਆਂ ਨਹੀਂ, ਅਪਮਾਨ ਦੇ ਭੈ ਕਾਰਨ ਅਪਰਾਧ ਨਹੀਂ ਕਰਦੇ। ਲਤੀਫਾ ਸੁਣਾਉਣ ਵਾਲਾ ਆਪ ਹੱਸ ਕੇ ਲਤੀਫੇ ਦੀ ਫੂਕ ਕੱਢ ਦਿੰਦਾ ਹੈ। ਜੇ ਮਿੱਤਰ ਬਰਾਬਰ ਨਾ ਹੋਣ ਤਾਂ ਮਿੱਤਰਤਾ ਦਾ ਅੰਤ ਜਲਦੀ ਹੋਵੇਗਾ ਅਤੇ ਅੰਤ ਸੁਖਾਵਾਂ ਨਹੀਂ ਹੋਵੇਗਾ। ਸ਼ਕਤੀਸ਼ਾਲੀ ਬੰਦੇ ਵਰਤਾਰਿਆਂ ਦੇ ਵਾਪਰਨ ਨਾਲ ਵਸੀਲਾ ਬਣਦੇ ਹਨ, ਜਦੋਂ ਕਿ ਡਰਪੋਕ ਕੁਝ ਵਾਪਰਨ ਦੀ ਉਡੀਕ ਹੀ ਕਰਦੇ ਹਨ। ਦੋਸਤ ਨਾਰਾਜ਼ ਨਹੀਂ ਹੁੰਦੇ, ਜੋ ਨਾਰਾਜ਼ ਹੁੰਦੇ ਹਨ ਉਹ ਦੋਸਤ ਹੀ ਨਹੀਂ ਹੁੰਦੇ। ਉਦੇਸ਼ ਤੋਂ ਬਿਨਾਂ ਆਪਣੇ ਆਪ ਬਾਰੇ ਸੁਚੇਤ ਹੋਣਾ ਸੰਭਵ ਨਹੀਂ ਹੁੰਦਾ। ਜੇ ਕੰਮ ਸਾਡੇ ਕਾਬੂ ਵਿੱਚ ਹੋਣ, ਉਹ ਤਾਂ ਹੀ ਨਿਬੜਦੇ ਹਨ। ਮਹਿਮਾਨਾਂ ਦੇ ਆਉਣ 'ਤੇ ਘਰ ਸਾਫ਼ ਕਰਨਾ ਉਚੇਚ ਹੈ। ਘਰ ਦਾ ਸੁਭਾਵਕ ਹੀ ਸਾਫ਼ ਹੋਣਾ ਸਾਡੀ ਚੰਗੀ ਕਾਰਗੁਜ਼ਾਰੀ ਦਾ ਸਬੂਤ ਹੁੰਦਾ ਹੈ। ਚੰਗੀਆਂ ਆਦਤਾਂ ਦਾ ਹਰ ਕਿਸੇ 'ਤੇ ਰੋਹਬ ਪੈਂਦਾ ਹੈ। ਸ਼ਖਸੀਅਤ ਕੁਝ ਲੋਕਾਂ ਦੀ ਹੀ ਹੁੰਦੀ ਹੈ, ਬਾਕੀਆਂ ਦੇ ਕੇਵਲ ਨਾਂ ਹੀ ਹੁੰਦੇ ਹਨ। ਜੇ ਉਦੇਸ਼ ਹੀ ਕੋਈ ਨਹੀਂ ਤਾਂ ਮਿਹਨਤ ਦਾ ਵੀ ਕੋਈ ਨਤੀਜਾ ਨਹੀਂ ਉਪਜੇਗਾ। ਵਾਰ ਤਾਂ ਐਤਵਾਰ ਹੀ ਹੁੰਦਾ ਹੈ, ਬਾਕੀ ਸਾਰੇ ਸੋਮ ਮੰਗਲ ਬੁੱਧ ਹੀ ਹੁੰਦੇ ਹਨ। ਥਕਾਵਟ ਉਹਨਾਂ ਕਾਰਜਾਂ ਵਿੱਚ ਉਪਜਦੀ ਹੈ ਜਿਹੜੇ ਸਾਨੂੰ ਮਜਬੂਰੀ ਅਧੀਨ ਨਿਸ਼ਚਿਤ ਸਮੇਂ 'ਤੇ ਵਿਸ਼ੇਸ਼ ਢੰਗ ਨਾਲ ਕਰਨੇ ਪੈਂਦੇ ਹਨ।
ਐਤਵਾਰ ਨੂੰ ਘਰ ਵਿੱਚ ਸਾਰੇ ਜੀਆਂ ਦੀ ਇੱਕ ਹੀ ਉਮਰ ਹੁੰਦੀ ਹੈ। ਹਰ ਵੇਲੇ ਕੰਮ ਵਿੱਚ ਰੁੱਝਿਆ ਬੰਦਾ ਵਿਚਾਰਾਂ ਅਤੇ ਵਿਹਾਰ ਦੇ ਪੱਖੋਂ ਖੁੰਡਾ ਹੁੰਦਾ ਹੈ। ਕਿਸੇ ਦਾ ਚਰਿੱਤਰ ਜਾਣਨ ਲਈ ਵੇਖੋ ਉਹ ਐਤਵਾਰ ਨੂੰ ਕੀ ਕਰਦਾ ਹੈ। ਕਿਸੇ ਨੂੰ ਵੀ ਨਾਰਾਜ਼ ਨਾ ਕਰਨ ਵਾਲੀ ਬਿਰਤੀ ਵਾਲੇ ਲੋਕਾਂ ਦੀ ਸ਼ਖਸੀਅਤ ਦਾ ਕੋਈ ਸਪਸ਼ਟ ਮੁਹਾਂਦਰਾ ਨਹੀਂ ਉਘੜਦਾ। ਆਪਣੀ ਮਰਜ਼ੀ ਨਾਲ ਕੀਤੇ ਕੰਮਾਂ ਵਿੱਚੋਂ ਥਕਾਵਟ ਨਹੀਂ ਹੁੰਦੀ, ਸਗੋਂ ਮਨੋਰੰਜਨ ਉਪਜਦਾ ਹੈ। ਜਦੋਂ ਕੋਈ ਆਪਣੇ ਦੋਸਤ ਦੇ ਭੈੜੇ ਕਾਰਜਾਂ ਨੂੰ ਪ੍ਰਵਾਨਗੀ ਦੇਣ ਲੱਗ ਪਵੇ ਤਾਂ ਕੁਝ ਚਿਰ ਮਗਰੋਂ ਉਹ ਆਪ ਵੀ ਭੈੜੇ ਕੰਮ ਕਰਨ ਲੱਗ ਪੈਂਦਾ ਹੈ। ਸਲੀਕੇ ਭਰੀ ਹਾਜ਼ਰ ਜਵਾਬੀ ਸਾਡੇ ਵਿਹਾਰ ਅਤੇ ਸਾਡੀ ਸੋਚ ਦੀ ਸੁਤੰਤਰਤਾ ਦੀ ਨਿਸ਼ਾਨੀ ਅਤੇ ਗਵਾਹੀ ਹੁੰਦੀ ਹੈ। ਐਤਵਾਰ ਵਾਲੇ ਦਿਨ ਸਾਰੇ ਸਮਾਜ ਦਾ ਹਾਲ ਚਾਲ ਬਦਲ ਜਾਂਦਾ ਹੈ। ਸਾਨੂੰ ਨਾ ਕਹਿਣ ਵਾਲੇ ਵਾਸਤਵ ਵਿੱਚ ਸਾਨੂੰ ਮਜ਼ਬੂਤ ਬਣਾਉਂਦੇ ਹਨ। ਸਾਊ ਸਲੀਕੇ ਵਾਲੀ ਸ਼ਬਦਾਵਲੀ ਵਰਤੋ, ਹਰ ਕੋਈ ਤੁਹਾਡੇ ਨਾਲ ਗੱਲ ਕਰਨੀ ਪਸੰਦ ਕਰੇਗਾ। ਇਤਿਹਾਸ ਵਿੱਚ ਪ੍ਰਸ਼ੰਸਾਯੋਗ ਬਹਾਦਰੀ ਦੀ ਕੋਈ ਇੱਕ ਉਦਾਹਰਨ ਕਿਸੇ ਹੋਰ ਉਦਾਹਰਨ ਨਾਲ ਨਹੀਂ ਮਿਲਦੀ। ਘਰ ਵਿੱਚ ਇਸਤਰੀ ਦੇ ਸਹਿਯੋਗ ਤੋਂ ਬਿਨਾਂ ਐਤਵਾਰ ਨਹੀਂ ਬਣਦਾ। ਮਹਾਂਪੁਰਸ਼ਾਂ ਵਿਚਕਾਰ ਭਾਵੇਂ ਸਦੀਆਂ ਦਾ ਫਾਸਲਾ ਹੋਵੇ, ਉਹ ਸਾਰੇ ਸਮਕਾਲੀ ਅਤੇ ਇੱਕੋ ਜਿਹੇ ਲੱਗਦੇ ਹਨ। ਕਮਜ਼ੋਰ ਸਮਾਜਾਂ ਅਤੇ ਪਰਿਵਾਰਾਂ ਵਿੱਚ ਨਵੀਨਤਾ ਨੂੰ ਪ੍ਰਵਾਨ ਕਰਨ ਦੀ ਤਾਕਤ ਨਹੀਂ ਹੁੰਦੀ। ਜ਼ਿੰਦਗੀ ਦੇ ਪਹਿਲੇ 100 ਸਾਲ ਗੁਜ਼ਾਰਨੇ ਹੀ ਔਖੇ ਹੁੰਦੇ ਹਨ, ਫਿਰ ਹਮੇਸ਼ਾ ਵਾਸਤੇ ਸੌਖ ਹੋ ਜਾਂਦੀ ਹੈ। ਸੰਸਾਰ ਦਾ ਕੋਈ ਵੀ ਦੇਸ਼ ਮਹਾਨ ਵਿਅਕਤੀਆਂ ਤੋਂ ਬਿਨਾਂ ਮਹਾਨ ਨਹੀਂ ਬਣਿਆ। ਆਪਣੇ ਆਪ ਵਿੱਚ ਕੁਝ ਵੀ ਚੰਗਾ ਮਾੜਾ ਨਹੀਂ ਹੁੰਦਾ। ਜੋ ਸਾਡੀ ਲੋੜ ਪੂਰੀ ਕਰੇ ਉਸਨੂੰ ਚੰਗਾ ਅਤੇ ਜੋ ਨਾ ਕਰੇ ਉਸਨੂੰ ਅਸੀਂ ਮਾੜਾ ਕਹਿੰਦੇ ਹਾਂ। ਪਰਿਵਾਰ ਸਾਨੂੰ ਮਰਨ ਵਿੱਚ ਸਹੂਲਤ ਵੀ ਦਿੰਦਾ ਹੈ ਅਤੇ ਰੁਕਾਵਟ ਵੀ ਬਣਦਾ ਹੈ। ਧਰਮ ਅਨੁਸਾਰ ਦੁੱਖ ਸਜ਼ਾ ਨਹੀਂ, ਪਰਮਾਤਮਾ ਦੇ ਨੇੜੇ ਹੋਣ ਦੀ ਕੀਮਤ ਹੈ। ਮਹਾਨ ਉਹ ਹੈ ਜੋ ਸਦੀਆਂ ਪੁਰਾਣਾ ਹੋਵੇ ਅਤੇ ਹਰ ਵੇਲੇ ਨਵਾਂ ਲੱਗੇ। ਮਨੁੱਖ ਉਹਨਾਂ ਮੁਸ਼ਕਿਲਾਂ ਨੂੰ ਹੀ ਬਰਦਾਸ਼ਤ ਕਰਦਾ ਹੈ ਜਿਨ੍ਹਾਂ ਤੋਂ ਬਚਣ ਦਾ ਉਸ ਕੋਲ ਕੋਈ ਉਪਰਾਲਾ ਨਹੀਂ ਹੁੰਦਾ। ਵਿਗਿਆਨ ਵਿੱਚ ਨਵੇਂ ਦੀ ਮਹਿਮਾ ਅਤੇ ਧਰਮ ਵਿੱਚ ਪੁਰਾਤਨ ਦੀ ਪੂਜਾ ਹੁੰਦੀ ਹੈ। ਕੁਦਰਤ ਨੇ ਕਿਸੇ ਨੂੰ ਵੀ ਜੱਦੋ-ਜਹਿਦ, ਤਿਆਗ ਅਤੇ ਕੁਰਬਾਨੀ ਤੋਂ ਬਿਨਾਂ ਮਹਾਨ ਨਹੀਂ ਬਣਨ ਦਿੱਤਾ। ਮਨੁੱਖ ਆਪਣਾ ਜੀਵਨ ਮਿਣਦਾ ਸਾਲਾਂ ਵਿੱਚ ਹੈ, ਪਰ ਜਿਉਂਦਾ ਦਿਨਾਂ ਵਿੱਚ ਹੈ। ਦਰਿਆ ਦਾ ਉਹੀ ਪਾਣੀ ਸਾਗਰ ਤੱਕ ਜਾਂਦਾ ਹੈ ਜਿਹੜਾ ਦਰਿਆ ਦੀ ਮੁੱਖ ਧਾਰਾ ਵਿੱਚ ਹੁੰਦਾ ਹੈ। ਹੁਣ ਸਾਰੇ ਸੰਸਾਰ ਵਿੱਚ ਦਿਲਚਸਪੀ ਪੈਦਾ ਹੋ ਗਈ ਹੈ। ਜਦੋਂ ਸੁਪਨਾ ਵੱਡਾ ਹੋ ਜਾਵੇ ਤਾਂ ਸੰਸਾਰ ਛੋਟਾ ਰਹਿ ਜਾਂਦਾ ਹੈ। ਯਥਾਰਥ ਸਮਕਾਲੀ ਹੁੰਦਾ ਹੈ, ਆਦਰਸ਼ ਸਦੀਵੀ ਹੁੰਦਾ ਹੈ। ਕਿਸਮਤ ਅਤੇ ਮਿਹਨਤ ਵਿੱਚ ਅੰਤਰ ਇਹ ਹੈ ਕਿ ਤਾਸ਼ ਦੀ ਖੇਡ ਵਿੱਚ ਮਿਲੇ ਪੱਤੇ ਕਿਸਮਤ ਹੁੰਦੇ ਹਨ, ਪਰ ਅਸੀਂ ਖੇਡਦੇ ਕਿਵੇਂ ਹਾਂ ਇਹ ਮਿਹਨਤ ਹੁੰਦੀ ਹੈ। ਭਾਰਤ ਦੇ ਲੋਕ ਧਰਮ ਤੋਂ ਇਲਾਵਾ ਹਰੇਕ ਖੇਤਰ ਵਿੱਚ ਲਾਪਰਵਾਹ ਹਨ। ਮਨੁੱਖ ਸਮਾਜ ਦਾ ਅੰਗ ਇਸ ਲਈ ਬਣਦਾ ਹੈ ਕਿਉਂਕਿ ਸਮਾਜ ਫੈਲਣ ਅਤੇ ਵਿਕਾਸ ਕਰਨ ਦੀਆਂ ਸਹੂਲਤਾਂ ਦਿੰਦਾ ਹੈ। ਜਦੋਂ ਤੱਕ ਕੋਈ ਕੌਮ ਲੰਮਾ ਅਰਸਾ ਰਾਜ ਨਹੀਂ ਕਰਦੀ, ਉਸ ਕੌਮ ਵਿੱਚ ਚੱਜ ਆਚਾਰ ਦੀ ਕੋਈ ਨਿਵੇਕਲੀ ਪਰੰਪਰਾ ਨਹੀਂ ਉਪਜਦੀ। ਵਪਾਰ ਨਾਲ ਘਮੰਡੀ ਅਤੇ ਕਠੋਰ ਲੋਕ ਵੀ ਨਿਮਰ ਅਤੇ ਸੋਭਾ ਭਾਵੀ ਬਣ ਜਾਂਦੇ ਹਨ। ਸੁਖ ਰਹਿਣਾ ਵਿਦਵਾਨ ਗਿਆਨ ਦੀ ਤੋਹੀਨ ਹੁੰਦਾ ਹੈ। ਬਦਲਾ ਉਹੀ ਲੈਂਦੇ ਹਨ ਜਿਹੜੇ ਆਪਣੇ ਵਕਤ ਦੀ ਕਦਰ ਨਹੀਂ ਕਰਦੇ। ਚੰਗਾ ਸ਼ਾਇਰ ਜਾਂ ਚੰਗਾ ਆਗੂ ਆਪਣੇ ਵਿਰੋਧ ਅਤੇ ਗੁੱਸੇ ਨੂੰ ਤਹਿਜੀਬ ਦੇ ਦਾਇਰੇ ਵਿੱਚ ਰਹਿ ਕੇ ਪ੍ਰਗਟਾਉਂਦਾ ਹੈ। ਬਹੁਤੇ ਲੋਕ ਦੌਲਤ ਅਤੇ ਸ਼ੋਹਰਤ ਦੀ ਝੂਠੀ ਸ਼ਾਨ ਤੱਕ ਹੀ ਵਿਕਾਸ ਕਰਦੇ ਹਨ। ਚੰਗਾ ਬੰਦਾ ਵਿਛੜਨ ਉਪਰੰਤ ਹੋਰ ਵੀ ਚੰਗਾ ਲੱਗਣ ਲੱਗ ਪੈਂਦਾ ਹੈ।
ਚੰਗੇ ਚੱਜ ਆਚਾਰ ਤੋਂ ਬਿਨਾਂ ਵਪਾਰ ਨਹੀਂ ਵੱਧਦਾ। ਸੋਗ ਉਸੇ ਵਿਅਕਤੀ ਦੇ ਮਰਨ ਦਾ ਹੁੰਦਾ ਹੈ ਜੋ ਚੰਗਾ ਸੀ ਜਾਂ ਜਿਸ ਵਿੱਚ ਚੰਗੇ ਬਣਨ ਦੀਆਂ ਸੰਭਾਵਨਾਵਾਂ ਸਨ। ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਇਸਤਰੀ ਅਤੇ ਪੁਰਸ਼ ਦੀ ਸ਼ਖਸੀਅਤ ਨਹੀਂ ਉਘੜਦੀ। ਚੱਜ ਆਚਾਰ ਸਿਖਾਇਆ ਨਹੀਂ ਜਾਂਦਾ, ਅਪਣਾਇਆ ਜਾਂਦਾ ਹੈ। ਸਿਕੰਦਰ ਹੈ ਤਾਂ ਹਮਲਾਵਰ ਹੀ ਸੀ, ਪਰ ਪੋਰਸ ਨਾਲ ਚੰਗੇ ਵਿਹਾਰ ਕਾਰਨ ਉਸਨੇ ਸਦਾ ਲਈ ਭਾਰਤੀਆਂ ਦੇ ਦਿਲ ਜਿੱਤ ਲਏ ਸਨ। ਕਿਸੇ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਸਬੂਤ ਇਹ ਹੁੰਦਾ ਹੈ ਕਿ ਇਸ ਨਾਲ ਕੰਮ ਵਿੱਚ ਸੁਧਾਰ ਅਤੇ ਕਾਮੇ ਵਿੱਚ ਵਿਕਾਸ ਵਾਪਰਦਾ ਹੈ। ਇਸਤਰੀਆਂ ਵਿੱਚ ਚੱਜ ਆਚਾਰ ਹੁੰਦਾ ਵੀ ਵਧੇਰੇ ਹੈ ਅਤੇ ਉਹ ਇਸ ਨੂੰ ਸਿੱਖਦੀਆਂ ਵੀ ਜਲਦੀ ਅਤੇ ਵਧੇਰੇ ਹਨ। ਕੁਝ ਗਲਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਰਨ ਤੋਂ ਬਿਨਾਂ ਸ਼ਖਸੀਅਤ ਵਿੱਚ ਲੋੜੀਂਦਾ ਵਿਕਾਸ ਨਹੀਂ ਵਾਪਰਦਾ। ਜਿਸ ਦੇਸ਼ ਵਿੱਚ ਸਾਡਾ ਆਪਣਾ ਜਨਮ ਨਾ ਹੋਇਆ ਹੋਵੇ ਉਸ ਨੂੰ ਅਸੀਂ ਮਹਾਨ ਨਹੀਂ ਸਮਝਦੇ। ਜਿਸ ਦੇਸ਼ ਵਿੱਚ ਸਾਡਾ ਆਪਣਾ ਜਨਮ ਨਾ ਹੋਇਆ ਹੋਵੇ ਉਸ ਨੂੰ ਅਸੀਂ ਮਹਾਨ ਨਹੀਂ ਸਮਝਦੇ। ਕਿਸੇ ਨੂੰ ਪਸੰਦ ਕਰਦਿਆਂ ਅਸੀਂ ਆਪਣੇ ਆਪ ਨੂੰ ਵੀ ਪਸੰਦ ਕਰ ਰਹੇ ਹੁੰਦੇ ਹਾਂ। ਬਹੁਤੇ ਛਾਂਪਾਂ ਛੱਲੇ ਪਾਉਣੇ ਅਮੀਰੀ ਦੀ ਨਹੀਂ, ਹੋਛੇਪਣ ਦੀ ਨਿਸ਼ਾਨੀ ਹੁੰਦੇ ਹਨ। ਜਿਹੜੇ ਕੰਮ ਨਹੀਂ ਕਰਦੇ ਉਹ ਕਿਸੇ ਵੀ ਪੱਖੋਂ ਵਿਕਾਸ ਵੀ ਨਹੀਂ ਕਰਦੇ। ਜੇ ਬਦਲਾ ਲੈਣਾ ਮੁਲਤਵੀ ਕਰ ਦਿੱਤਾ ਜਾਵੇ ਤਾਂ ਅਕਸਰ ਬਦਲਾ ਲੈਣ ਦੀ ਲੋੜ ਹੀ ਨਹੀਂ ਪੈਂਦੀ। ਉਦੇਸ਼ ਉੱਚਾ ਹੋਵੇ ਤਾਂ ਵਿਚਾਰ ਨੀਵੇਂ ਰਹਿ ਹੀ ਨਹੀਂ ਸਕਦੇ। ਕੰਮ ਤੋਂ ਬਿਨਾਂ ਆਰਾਮ ਅਤੇ ਆਰਾਮ ਤੋਂ ਬਿਨਾਂ ਕੰਮ ਨਾਲ ਜ਼ਿੰਦਗੀ ਸਜ਼ਾ ਹੋ ਨਿਬੜਦੀ ਹੈ। ਜਿਨ੍ਹਾਂ ਨਾਲ ਸਾਡੀ ਅਣਬਣ ਹੁੰਦੀ ਹੈ ਉਹਨਾਂ ਦੇ ਗੁਣ ਵੀ ਨੁਕਸ ਬਣ ਜਾਂਦੇ ਹਨ। ਜਿਹੜੇ ਅੜੇ ਰਹਿੰਦੇ ਹਨ ਉਹ ਸੱਚ ਨੂੰ ਨਹੀਂ, ਆਪਣੇ ਆਪ ਨੂੰ ਪਿਆਰ ਕਰਦੇ ਹਨ। ਸਿਆਣਪ ਦਾ ਮਖੌਲ ਨਹੀਂ ਉਡਾਇਆ ਜਾ ਸਕਦਾ। ਬੱਚੇ ਜਦੋਂ ਜਾਣ ਜਾਂਦੇ ਹਨ ਕਿ ਕੋਈ ਕੋਕੋ ਨਹੀਂ ਹੁੰਦੀ ਤਾਂ ਉਹ ਆਪਣੇ ਮਾਪਿਆਂ ਨੂੰ ਵੱਖਰੇ ਢੰਗ ਨਾਲ ਵੇਖਣ ਲੱਗ ਪੈਂਦੇ ਹਨ। ਸਾਡੀ ਆਤਮਾ ਸਭ ਤੋਂ ਵੱਧ ਪ੍ਰਸੰਨ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੀ ਗਲਤੀ ਖਿੜੇ ਮੱਥੇ ਮੰਨ ਲੈਂਦੇ ਹਾਂ। ਅਕਲ ਨਾਲ ਸ਼ਾਂਤੀ ਮਿਲਦੀ ਹੈ, ਪਰ ਰੌਣਕ ਮੇਲਾ ਮੂਰਖਤਾ ਨਾਲ ਹੀ ਉਪਜਦਾ ਹੈ। ਜਿਸ ਵਰਤਾਰੇ ਦਾ ਵਰਤਮਾਨ ਹੈ ਉਸ ਦਾ ਅਤੀਤ ਵੀ ਹੋਵੇਗਾ। ਪੁਰਾਣੇ ਜ਼ਮਾਨੇ ਵਿੱਚ ਭਾਵੇਂ ਗਿਆਨ ਥੋੜ੍ਹਾ ਸੀ, ਪਰ ਗਿਆਨ ਦਾ ਸਤਿਕਾਰ ਵਧੇਰੇ ਸੀ। ਬਜ਼ੁਰਗਾਂ ਨੂੰ ਵੇਖ ਕੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇਹਨਾਂ ਨੇ ਕਦੇ ਬੱਚਿਆਂ ਵਾਲੀਆਂ ਸ਼ਰਾਰਤਾਂ ਵੀ ਕੀਤੀਆਂ ਹੋਣਗੀਆਂ। ਸੰਪੂਰਨ ਪ੍ਰਸੰਨਤਾ ਸੁਪਨੇ ਵਿੱਚ ਵੀ ਸੰਭਵ ਨਹੀਂ ਹੁੰਦੀ। ਜਿੱਥੇ ਸਾਡਾ ਭੋਲਾਪਣ ਗੁਆਚ ਜਾਂਦਾ ਹੈ ਉਸ ਨੂੰ ਕਾਲਜ ਕਿਹਾ ਜਾਂਦਾ ਹੈ। ਸੋਹਣੀ ਲਿਖਾਈ ਨਾਲ ਪੜ੍ਹਾਈ ਸੌਖੀ ਹੋ ਜਾਂਦੀ ਹੈ। ਮਾਹਿਰ ਉਸ ਨੂੰ ਕਹਿੰਦੇ ਹਨ ਜਿਸ ਨੇ ਸਾਰੀਆਂ ਗਲਤੀਆਂ ਕਰ ਲਈਆਂ ਹੋਣ ਅਤੇ ਸਾਰੇ ਸਬਕ ਸਿੱਖ ਲਏ ਹੋਣ। ਜੇ ਯੂਨੀਵਰਸਿਟੀ ਵਿੱਚ ਵਿਰੋਧੀ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਨਾ ਹੋਵੇ ਤਾਂ ਇਹ ਸੰਸਥਾ ਇੱਕ ਵੱਡਾ ਸਕੂਲ ਹੀ ਪ੍ਰਤੀਤ ਹੁੰਦੀ ਹੈ। ਕਲਾ ਸਾਡੀ ਉਸ ਸੂਝ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਅਕਲ ਉੱਤੇ ਨਿਰਭਰ ਨਹੀਂ ਹੁੰਦੀ, ਪਰ ਹੁੰਦੀ ਮਹੱਤਵਪੂਰਨ ਹੈ। ਰੂੜੀ ਦਾ ਢੇਰ ਨਵੇਂ ਕੂੜੇ ਨੂੰ ਵੇਖ ਕੇ ਮੱਥੇ ਵੱਟ ਨਹੀਂ ਪਾਉਂਦਾ। ਅਧਿਆਪਕ ਵਿਦਿਆਰਥੀਆਂ ਨੂੰ ਸਿਲੇਬਸ ਪੜ੍ਹਾਉਂਦੇ ਹਨ, ਪਰ ਵਿਦਿਆਰਥੀ ਪੜ੍ਹਦੇ ਪਰਖਦੇ ਅਧਿਆਪਕਾਂ ਦਾ ਚਰਿੱਤਰ ਹਨ। ਇਤਿਹਾਸ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਸਦਾ ਪੈਮਾਨਾ ਮਨੁੱਖ ਹੁੰਦਾ ਹੈ। ਸੰਖੇਪਤਾ ਫਿਲਾਸਫੀ ਦਾ ਗੁਣ, ਪਰ ਇਤਿਹਾਸ ਦਾ ਔਗਣ ਹੁੰਦੀ ਹੈ। ਕਾਲਜਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਸਿਵਾਏ ਹਰ ਚੀਜ਼ ਵਿੱਚ ਦਿਲਚਸਪੀ ਹੁੰਦੀ ਹੈ। ਫਿਲਾਸਫੀ ਦਾ ਉਦੇਸ਼ ਸਮੱਸਿਆਵਾਂ ਹੱਲ ਕਰਨਾ ਨਹੀਂ, ਸਮੱਸਿਆਵਾਂ ਸੰਬੰਧੀ ਚਿੰਤਨ ਕਰਨਾ ਹੁੰਦਾ ਹੈ। ਹਰੇਕ ਘਟਨਾ ਦੁਰਘਟਨਾ ਦਾ ਪਿਛੋਕੜ ਹੁੰਦਾ ਹੈ। ਇਸ ਤੱਥ ਵਿੱਚੋਂ ਹੀ ਇਤਿਹਾਸ ਦਾ ਸੰਕਲਪ ਉਪਜਿਆ ਹੈ। ਨਾ ਬਰਾਬਰੀ ਕੁਦਰਤ ਵਿੱਚ ਵੀ ਹੈ, ਕਿਉਂਕਿ ਕਈ ਜਾਨਵਰ ਤਕੜੇ ਹਨ, ਕਈ ਕਮਜ਼ੋਰ ਹਨ। ਕੁਦਰਤ ਸੱਭਿਅਕ ਅਤੇ ਉਜੜ ਵਿੱਚ ਕੋਈ ਅੰਤਰ ਨਹੀਂ ਕਰਦੀ।
ਗਿਆਨ ਦਾ ਬੋਝ ਨਹੀਂ ਹੁੰਦਾ, ਪ੍ਰਭਾਵ ਹੁੰਦਾ ਹੈ। ਜਿਹੜੇ ਪੜ੍ਹਦੇ ਹਨ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ, ਜਿਹੜੇ ਭੈੜੇ ਕੰਮ ਕਰਦੇ ਹਨ ਉਹ ਪੜ੍ਹਨ ਤੋਂ ਬਚਦੇ ਰਹਿੰਦੇ ਹਨ। ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਨਹੀਂ ਬਦਲਦੀਆਂ, ਕੁਝ ਚਿਰ ਲਈ ਇਹਨਾਂ ਦਾ ਰੰਗ ਰੂਪ ਹੀ ਬਦਲਦਾ ਹੈ। ਯੁੱਧ ਸ਼ਾਂਤੀ ਸਥਾਪਿਤ ਕਰਨ ਲਈ ਲੜਿਆ ਜਾਂਦਾ ਹੈ ਅਤੇ ਸ਼ਾਂਤੀ ਅਕਸਰ ਯੁੱਧ ਦੀ ਤਿਆਰੀ ਲਈ ਵਰਤੀ ਜਾਂਦੀ ਹੈ। ਪਰਿਵਰਤਨ ਅਤੇ ਦੁਹਰਾਓ ਕੁਦਰਤ ਦੇ ਦੋ ਮੁੱਖ ਨੇਮ ਹਨ। ਮਨੁੱਖੀ ਇਤਿਹਾਸ ਵਿੱਚ ਯੋਗਦਾਨ ਵਧੇਰੇ ਚਿੰਤਕਾਂ ਦਾ ਰਿਹਾ ਹੈ, ਪਰ ਸਤਿਕਾਰ ਵਧੇਰੇ ਲੜਨ ਵਾਲਿਆਂ ਦਾ ਹੋਇਆ ਹੈ। ਯੁੱਧ ਦੌਰਾਨ ਦੇਸ਼ ਅੰਦਰਲੇ ਵਿਰੋਧ, ਝਗੜੇ, ਵਿਵਾਦ ਸਭ ਲੋਪ ਹੋ ਜਾਂਦੇ ਹਨ। ਧਰਮ ਹੈ ਕਲਪਨਾ, ਪਰ ਇਹ ਮੰਨਿਆ ਯਥਾਰਥ ਵਜੋਂ ਜਾਂਦਾ ਹੈ। ਜਿਉਂ-ਜਿਉਂ ਬਾਹਰੀ ਖਤਰੇ ਵੱਧਦੇ ਹਨ, ਤਿਉਂ-ਤਿਉਂ ਦੇਸ਼ ਅੰਦਰਲੀ ਆਜ਼ਾਦੀ ਘਟਦੀ ਹੈ। ਦੇਸ਼ ਯੋਗ ਅਗਵਾਈ ਦੀ ਘਾਟ ਕਾਰਨ ਅਤੇ ਪਰਿਵਾਰ ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਨਿਗਰ ਜਾਂਦੇ ਹਨ। ਜੇ ਸਭ ਕੁਝ ਤਬਾਹ ਹੋ ਗਿਆ ਤਾਂ ਮਨੁੱਖ ਪੁਨਰ ਉਸਾਰੀ ਦਾ ਕਾਰਜ ਧਾਰਮਿਕ ਸਥਾਨਾਂ ਨੂੰ ਉਸਾਰਨ ਨਾਲ ਆਰੰਭ ਕਰੇਗਾ। ਜੇ ਵਿਦਿਆਰਥੀ ਸੰਜਮ ਅਤੇ ਅਨੁਸ਼ਾਸਨ ਨਾ ਸਿੱਖਣ ਤਾਂ ਕੁਝ ਵੀ ਸਿੱਖਣ ਦਾ ਕੋਈ ਲਾਭ ਨਹੀਂ ਹੁੰਦਾ। ਹਰੇਕ ਸਮਾਜ ਵਿੱਚ ਸਭਨੀ ਥਾਈਂ ਮੁੱਢਲਾ ਅਨੁਸ਼ਾਸਨ ਲਾਗੂ ਕਰਨ ਦਾ ਕਾਰਜ ਧਰਮ ਨੇ ਕੀਤਾ ਹੈ। ਬੁੱਧ ਅਤੇ ਮਾਰਕਸ ਨੇ ਸਮੁੱਚੇ ਸੰਸਾਰ ਬਾਰੇ ਸੋਚਿਆ ਸੀ। ਬੁੱਧ ਅਧਿਆਤਮਕ ਮਾਰਕਸ ਸੀ, ਮਾਰਕਸ ਪਦਾਰਥਵਾਦੀ ਬੁੱਧ ਸੀ। ਭਾਰਤ ਨੇ ਆਤਮਕ ਸਮੱਸਿਆਵਾਂ ਬਾਰੇ ਸਦੀਵੀ ਅਤੇ ਡੂੰਘੇ ਪ੍ਰਸ਼ਨਾਂ ਦੇ ਬੜੇ ਡੂੰਘੇ ਅਤੇ ਸਦੀਵੀ ਉੱਤਰ ਦਿੱਤੇ ਹਨ। ਕੁਦਰਤ ਵਖਰੇਵਿਆਂ ਨੂੰ ਪਸੰਦ ਕਰਦੀ ਹੈ। ਮਨੁੱਖ ਸਭ ਕੁਝ ਤਿਆਗ ਕੇ ਵੀ ਪ੍ਰਸ਼ੰਸਾ ਦੀ ਕਾਮਨਾ ਕਰਦਾ ਰਹਿੰਦਾ ਹੈ। ਸੰਸਾਰ ਦੇ ਹਰ ਦੇਸ਼ ਅਤੇ ਪ੍ਰਾਂਤ ਵਿੱਚ ਕੁਝ ਘਰਾਣੇ ਹੀ ਰਾਜ ਕਰਦੇ ਹਨ। ਮਨੁੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਵਾਲਾ ਹਰੇਕ ਵਰਤਾਰਾ ਕਿਸੇ ਨਾ ਕਿਸੇ ਰੂਪ ਵਿੱਚ ਜੀਵਿਤ ਰਹਿੰਦਾ ਹੈ। ਮਨੁੱਖ ਜਾਤੀ ਨੇ ਜੀਵਨ ਦਾ ਜੋ ਪੱਧਰ ਇੱਕ ਵਾਰੀ ਪ੍ਰਾਪਤ ਕਰ ਲਿਆ, ਉਹ ਉਸ ਤੋਂ ਪਿੱਛੇ ਨਹੀਂ ਮੁੜੀ, ਅੱਗੇ ਹੀ ਗਈ ਹੈ। ਕੁਝ ਵੀ ਵਾਪਰ ਜਾਵੇ, ਜੀਵਨ ਅਤੇ ਸੰਸਾਰ ਚੱਲਦਾ ਰਹਿੰਦਾ ਹੈ। ਜੀਵਨ ਵਿੱਚ ਜੋ ਇੱਕ ਵਾਰੀ ਵਾਪਰਦਾ ਹੈ, ਉਹ ਇੱਕ ਵਾਰੀ ਵਾਪਰਨ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ। ਲਿਖਣਾ ਇਸ ਲਈ ਔਖਾ ਲੱਗਦਾ ਹੈ ਕਿਉਂਕਿ ਲਿਖਣ ਰਾਹੀਂ ਸਾਡਾ ਸੁਣਿਆ, ਪੜ੍ਹਿਆ, ਵੇਖਿਆ, ਸਮਝਿਆ ਸਭ ਪਰਖਿਆ ਜਾਂਦਾ ਹੈ। ਧਰਮ ਕੁਦਰਤ ਨੂੰ ਪੂਜਦਾ ਹੈ, ਵਿਗਿਆਨ ਕੁਦਰਤ ਨੂੰ ਪਰਖਦਾ ਹੈ। ਹਰ ਬੰਦੇ ਵਿੱਚ ਦੋਸਤ ਅਤੇ ਦੁਸ਼ਮਣ ਦੋਵੇਂ ਹਾਜ਼ਰ ਹੁੰਦੇ ਹਨ। ਸੋਹਣਿਆਂ ਨੂੰ ਵੇਖਦੀਆਂ ਅੱਖਾਂ ਹਨ, ਪਰ ਵਾਹ-ਵਾਹ ਦਿਲ ਵਿੱਚੋਂ ਉੱਠਦੀ ਹੈ। ਵੱਡੇ ਖਰਚੇ ਕਰਨੇ ਸੌਖੇ ਹੁੰਦੇ ਹਨ, ਛੋਟੇ ਖਰਚਿਆਂ ਵੇਲੇ ਮਨੁੱਖ ਪੈਸੇ ਬਚਾਉਣ ਬਾਰੇ ਸੋਚਣ ਲੱਗ ਪੈਂਦਾ ਹੈ। ਯੁੱਧ ਵਿੱਚ ਭਿੜਦੀ ਫੌਜ ਹੈ, ਪਰ ਲੜਦਾ ਸਾਰੀ ਕੌਮ ਦਾ ਸਿਦਕ ਅਤੇ ਹੌਸਲਾ ਹੈ। ਚਰਿੱਤਰ ਤੋਂ ਬਿਨਾਂ ਮਨੁੱਖ ਦੀ ਹੋਂਦ ਤਾਂ ਹੁੰਦੀ ਹੈ, ਪਰ ਪਛਾਣ ਨਹੀਂ ਹੁੰਦੀ। ਸਲੀਕੇ ਨਾਲ ਵਿਛੜਨਾ ਵੀ ਮਿਹਰਬਾਨੀ ਦੀ ਇੱਕ ਕਿਸਮ ਹੁੰਦੀ ਹੈ। ਪ੍ਰਸ਼ੰਸਾ ਕਰਨੀ ਪ੍ਰਸ਼ੰਸਾ ਕਰਨ ਵਾਲੇ ਦਾ ਗੁਣ ਹੁੰਦੀ ਹੈ, ਪਰ ਚਾਪਲੂਸੀ ਕਰਨੀ ਚਾਪਲੂਸੀ ਸੁਣਨ ਵਾਲੇ ਦਾ ਔਗੁਣ ਹੁੰਦੀ ਹੈ। ਕੰਜੂਸੀ, ਬੇਈਮਾਨੀ ਆਦਿ ਦੀ ਆਦਤ ਮੁੱਢਲੇ ਜੀਵਨ ਦੀ ਕਿਸੇ ਬੁਨਿਆਦੀ ਥੁੜ ਕਾਰਨ ਉਪਜਦੀ ਹੈ। ਜੇ ਕਿਸੇ ਨੂੰ ਆਪਣੇ ਸੋਹਣੇ ਹੋਣ ਦਾ ਗੁਮਾਨ ਹੋਵੇ ਤਾਂ ਉਸਨੂੰ ਕੋਝੇ ਨਾਲੋਂ ਵੀ ਵੱਧ ਬਦਸੂਰਤ ਸਮਝਿਆ ਜਾਂਦਾ ਹੈ। ਪ੍ਰਸੰਨਤਾ ਦੇ ਮੁਕਾਬਲੇ ਉਦਾਸੀ ਵਧੇਰੇ ਡੂੰਘਾ ਅਨੁਭਵ ਹੈ, ਇਸੇ ਕਰਕੇ ਉਦਾਸ ਗੀਤ ਵੱਧ ਪ੍ਰਭਾਵਿਤ ਕਰਦੇ ਹਨ। ਜੇ ਮੁੱਖ ਗੱਲਾਂ 'ਤੇ ਸਹਿਮਤੀ ਹੋਵੇ ਤਾਂ ਵਿਚਾਰਾਂ ਦੇ ਵਖਰੇਵਿਆਂ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ। ਮੁਸਕਰਾਇਆ ਬਰਾਬਰੀ ਦੇ ਆਧਾਰ 'ਤੇ ਜਾਂਦਾ ਹੈ, ਹੱਸਿਆ ਕਿਸੇ ਦੇ ਨੀਵੇਂ ਵਿਹਾਰ 'ਤੇ ਹੀ ਜਾਂਦਾ ਹੈ। ਵਿਛੜੇ ਪ੍ਰੇਮੀਆਂ ਵਿੱਚ ਉਦਾਸੀ ਆਪਣੇ ਸੱਚੇ ਹੋਣ ਦੇ ਅਨੁਪਾਤ ਵਿੱਚ ਹੁੰਦੀ ਹੈ। ਉਚੇਚ ਵਾਲੇ ਰਿਸ਼ਤੇ ਠੰਡੇ ਹੀ ਨਹੀਂ, ਬੋਝਲ ਵੀ ਹੁੰਦੇ ਹਨ। ਸੰਖੇਪਤਾ ਸੱਚ ਦਾ ਉਗੜਵਾਂ ਲੱਛਣ ਹੁੰਦੀ ਹੈ।
ਮਨੁੱਖ ਮੁੱਖ ਤੌਰ 'ਤੇ ਭਾਵੁਕ ਜੀਵ ਹੈ, ਜਿਹੜਾ ਕਦੇ-ਕਦੇ ਸੋਚਣ ਦਾ ਵੀ ਯਤਨ ਕਰਦਾ ਹੈ। ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ। ਇਸਤਰੀਆਂ ਮੁਸਕਰਾ ਕੇ ਆਪਣੇ ਨੈਣ ਨਕਸ਼ਾਂ ਨੂੰ ਤਿੱਖਾ ਅਤੇ ਪੁਰਸ਼ ਮੁਸਕਰਾਉਣ ਨਾਲ ਆਪਣੀ ਅਕਲ ਨੂੰ ਕੂਲਾ ਬਣਾ ਲੈਂਦੇ ਹਨ। ਰੋਣ ਨਾਲ ਦਿਲ ਨੂੰ ਲੱਗੀਆਂ ਸੱਟਾਂ ਠੀਕ ਹੋ ਜਾਂਦੀਆਂ ਹਨ। ਪ੍ਰੇਮੀ ਇੱਕ ਦੂਜੇ ਦੀ ਲੋਅ ਨਾਲ ਲਿਸ਼ਕ ਪੈਂਦੇ ਹਨ। ਕਿਸੇ ਨੂੰ ਨਿੰਦਣ ਵੇਲੇ ਅਸੀਂ ਆਪਣੇ ਆਪ ਨੂੰ ਪੂਰਾ ਅਤੇ ਦੂਜੇ ਨੂੰ ਅਧੂਰਾ ਸਮਝਦੇ ਹਾਂ, ਪਰ ਪਿਆਰ ਹੋ ਜਾਣ 'ਤੇ ਉਹ ਪੂਰਾ ਅਤੇ ਆਪਣਾ ਆਪ ਅਧੂਰਾ ਲੱਗਣ ਲੱਗ ਪੈਂਦਾ ਹੈ। ਸਬਰ ਸੰਤੋਖ ਨਾਲ ਕੀਤੀ ਮਿਹਨਤ ਦਾ ਰਾਹ ਲੰਮਾ ਹੈ, ਪਰ ਇਸ ਰਾਹ ਉੱਤੇ ਮੁੱਲਵਾਨ ਫਲਾਂ ਦੇ ਰੁੱਖ ਅਨੇਕ ਹਨ। ਜਦੋਂ ਸਾਨੂੰ ਕਿਸੇ ਵੱਡੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਤਾਂ ਅਸੀਂ ਸਵਾਲ ਜਵਾਬ ਦੋਵੇਂ ਤਿਆਗ ਕੇ ਤਸੱਲੀ ਆਪਣੇ ਕੋਲ ਰੱਖ ਲੈਂਦੇ ਹਾਂ। ਛੋਟੇ ਰਸਤੇ ਨਹੀਂ ਹੁੰਦੇ, ਰਸਤਿਆਂ ਦਾ ਭਰਮ ਹੁੰਦੇ ਹਨ। ਹੁਨਰ, ਸਲੀਕਾ, ਸੂਝ ਅਤੇ ਸਿਆਣਪ ਜਿਹੇ ਗੁਣ ਮਿਹਨਤ ਕਰਨ ਨਾਲ ਅਤੇ ਵਰਤ ਪਾ ਕੇ ਹੀ ਉਸਰਦੇ ਹਨ। ਉਖੜੇ ਹੋਏ ਦਰਖਤ ਦੀ ਛਾਂ ਨਹੀਂ ਮਾਣੀ ਜਾ ਸਕਦੀ। ਟੁੱਟੇ ਪਰਿਵਾਰ ਸਬੂਤੇ ਅਤੇ ਭਰੋਸੇਮੰਦ ਬੰਦੇ ਪੈਦਾ ਨਹੀਂ ਕਰ ਸਕਦੇ। ਪਰਿਵਾਰ ਦੀ ਇੱਕ ਮੁੱਠ ਸ਼ਕਤੀ ਨਾਲੋਂ ਕੋਈ ਮੁਸੀਬਤ ਵੱਡੀ ਨਹੀਂ ਹੁੰਦੀ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।